GPF ਕਰਮਚਾਰੀਆਂ ਦਾ ਟੈਕਸ HRMS ਪੰਜਾਬ ਵੈਬਸਾਈਟ ਉੱਤੇ ਕੈਲਕੂਲੇਟ ਕਰਨ ਲਈ ਸਭ ਤੋਂ ਪਹਿਲਾਂ ਆਪਣੇ ਵੈਬ ਬਰਾਊਜ਼ਰ ਵਿੱਚ hrms.punjab.gov.in ਵੈਬਸਾਈਟ ਨੂੰ ਓਪਨ ਕੀਤਾ ਜਾਵੇ। ਲੌਗਇਨ ਉੱਤੇ ਕਲਿੱਕ ਕੀਤਾ ਜਾਵੇ। ਆਪਣਾ ਯੂਜ਼ਰ ID ਅਤੇ ਪਾਸਵਰਡ ਫਿਲ ਕਰਨ ਤੋਂ ਬਾਅਦ ਇਸ ਵਿੱਚ ਲੌਗਇਨ ਕੀਤਾ ਜਾਵੇ। ਹੋਮ ਪੇਜ ਦੇ ਉੱਤੇ ਮਾਈ ਸਰਵਿਸਿਜ਼ ਉੱਤੇ ਮਾਊਸ ਨੂੰ ਲੈ ਕੇ ਜਾਇਆ ਜਾਵੇ। ਫਿਰ ਪੇਰੋਲ ਸਰਵਿਸਿਜ਼ ਉੱਤੇ ਅਤੇ ਉਸ ਤੋਂ ਬਾਅਦ ਡਿਕਲੇਅਰ ਸੇਵਿੰਗ ਅੰਡਰ 80C ਉੱਤੇ ਕਲਿੱਕ ਕਰ ਲਿਆ ਜਾਵੇ। ਜਿਵੇਂ ਕਿ ਆਪ ਵੇਖ ਸਕਦੇ ਹੋ ਫਾਈਨੈਂਸ਼ੀਅਲ ਈਅਰ 2020-21 ਲਿਖਿਆ ਆ ਰਿਹਾ ਹੈ। ਗੋ ਉੱਪਰ ਕਲਿੱਕ ਕੀਤਾ ਜਾਵੇ। ਇਹ ਹੁਣ ਸਾਡਾ ਡਿਡਕਸ਼ਨ ਐਂਡ ਸੇਵਿੰਗ ਪੇਜ ਓਪਨ ਹੋ ਚੁੱਕਾ ਹੈ। ਇਸ ਵਿੱਚ ਅਸੀਂ ਆਪਣੀਆਂ ਡਿਡਕਸ਼ਨਸ ਅਤੇ ਸੇਵਿੰਗਸ ਦੀ ਐਂਟਰੀ ਕਰਾਂਗੇ। ਫਸਟ ਪੁਆਇੰਟ ਵਿੱਚ ਹਾਊਸ ਲੋਨ ਇੰਟਰਸਟ ਦੀ ਐਂਟਰੀ ਕਰਾਂਗੇ। ਇਸ ਦਾ ਕੈਪ 2 ਲੱਖ ਰੁਪਇਆ ਹੈ। 50,000 ਸਾਰੇ ਕਰਮਚਾਰੀਆਂ ਲਈ ਅਤੇ 1.5 ਲੱਖ ਉਹਨਾਂ ਕਰਮਚਾਰੀਆਂ ਲਈ ਜਿਨ੍ਹਾਂ ਦੀ ਰਜਿਸਟਰੀ 45 ਲੱਖ ਤੋਂ ਘੱਟ ਹੈ। ਇਸ ਵਿੱਚ ਅਸੀਂ 1 ਲੱਖ ਦੀ ਐਂਟਰੀ ਕਰਾਂਗੇ। ਸੈਕਿੰਡ ਪੁਆਇੰਟ ਹੈ HBA ਪ੍ਰਿੰਸੀਪਲ ਦੀ। ਜਮ੍ਹਾਂ ਕਰਾਏ ਗਏ ਪ੍ਰਿੰਸੀਪਲ ਅਮਾਊਂਟ ਦੀ ਐਂਟਰੀ ਕਰ ਸਕਦੇ ਹੋ। ਇਹ ਤੁਹਾਡੇ 80C ਦੇ ਸੇਵਿੰਗ ਵਿੱਚ ਐਡ ਹੋ ਜਾਵੇਗਾ। 80C ਦਾ ਕੈਪ 1.5 ਲੱਖ ਰੁਪਇਆ ਹੈ। ਇਸ ਵਿੱਚ ਅਸੀਂ ਅੱਜ ਦੀ ਉਦਾਹਰਨ ਵਿੱਚ 50,000 ਰੁਪਇਆ ਐਡ ਕਰਾਂਗੇ। ਥਰਡ ਆਪਸ਼ਨ LIC ਦੀ ਹੈ। LIC ਵੀ 80C ਸੇਵਿੰਗ ਦੇ ਵਿੱਚ ਹੀ ਐਡ ਹੁੰਦੀ ਹੈ। ਫੋਰਥ ਆਪਸ਼ਨ ਹੈ PLI ਮਤਲਬ ਪੋਸਟ ਆਫਿਸ ਲਾਈਫ ਇੰਸ਼ੋਰੈਂਸ। ਫਿਫਥ ਪੁਆਇੰਟ PPF ਹੈ। ਸਿਕਸਥ ਪੁਆਇੰਟ NSC। ਸੈਵਨਥ ਟਿਊਸ਼ਨ ਫੀਸ। 8th ਇੰਟਰਸਟ ਔਨ ਰੀਇਨਵੈਸਟਿਡ NSC। 9th ਬੌਂਡਸ। 10th ਪੈਨਸ਼ਨ ਫੰਡਸ। ਜਿਵੇਂ ਕਿ ਤੁਸੀਂ ਕੋਈ ਇੰਸ਼ੋਰੈਂਸ ਕਰਵਾਈ ਹੈ ਜੋ ਤੁਹਾਨੂੰ ਮੰਥਲੀ ਜਾਂ ਐਨੂਅਲੀ ਪੈਨਸ਼ਨ ਦਿੰਦੀ ਹੈ ਤਾਂ ਉਹਦੀ ਐਂਟਰੀ 10 ਨੰਬਰ ਪੁਆਇੰਟ ਵਿੱਚ ਕੀਤੀ ਜਾਵੇ। 11 ਨੰਬਰ ਪੁਆਇੰਟ ਹੈ ਅਦਰ ਆਫਿਸ ਸੇਵਿੰਗ ਅੰਡਰ 80C। ਤੇ 13 ਪੁਆਇੰਟ ਹੈ ਸੁਕੰਨਿਆ ਸਮਰਿੱਧੀ ਯੋਜਨਾ। ਦੂਜੇ ਤੋਂ ਲੈ ਕੇ 11 ਅਤੇ 13 ਨੰਬਰ ਪੁਆਇੰਟ ਦੀ ਸੇਵਿੰਗ ਜਿਹੜੀ ਹੈ ਉਹ ਤੁਹਾਡੇ 80C ਵਿੱਚ ਕੈਲਕੂਲੇਟ ਹੁੰਦੀ ਹੈ, ਜਿਸ ਦਾ ਕੈਪ 1.5 ਲੱਖ ਰੁਪਇਆ ਹੈ। ਅਗਰ ਇਹ ਕੁੱਲ ਮਿਲਾ ਕੇ 1.5 ਲੱਖ ਰੁਪਏ ਤੋਂ ਉੱਪਰ ਹੁੰਦੀ ਹੈ ਤਾਂ ਉਸ ਨੂੰ 1.5 ਲੱਖ ਤੱਕ ਹੀ ਐਗਜ਼ੈਂਪਟੇਬਲ ਹੈ। ਇਸ ਤੋਂ ਬਾਅਦ ਅਸੀਂ 12 ਪੁਆਇੰਟ ਨੂੰ ਡਿਸਕਸ ਕਰਾਂਗੇ। 12 ਨੰਬਰ ਪੁਆਇੰਟ 80CCD1B ਬਾਰੇ ਹੈ। ਇਸ ਵਿੱਚ NPS ਵਿੱਚ ਕੀਤੀ ਗਈ ਇਨਵੈਸਟਮੈਂਟ ਦੀ ਐਂਟਰੀ ਕਰ ਸਕਦੇ ਹਾਂ। ਇਸ ਦਾ ਕੈਪ 50,000 ਰੁਪਇਆ ਹੈ ਅਤੇ 80C ਦੀ 1.5 ਲੱਖ ਦੀ ਸੇਵਿੰਗ ਨਾਲੋਂ ਅਲੱਗ ਹੈ। ਇਸ ਵਿੱਚ ਸਿਰਫ NPS ਦੀ ਟੀਅਰ 1 ਦੀ ਇਨਵੈਸਟਮੈਂਟ ਹੀ ਕਾਊਂਟ ਹੁੰਦੀ ਹੈ। ਟੀਅਰ 2 ਦੀ ਇਨਵੈਸਟਮੈਂਟ ਇਸ ਵਿੱਚ ਐਂਟਰ ਨਹੀਂ ਕਰ ਸਕਦੇ। ਜਦੋਂ ਤੁਸੀਂ ਇਸ ਪੇਜ ਉੱਪਰ ਆਪਣੀਆਂ ਡਿਡਕਸ਼ਨਸ ਅਤੇ ਸੇਵਿੰਗਸ ਦੀ ਐਂਟਰੀ ਕਰ ਲਈ ਹੋਵੇ, ਉਸ ਤੋਂ ਬਾਅਦ ਸੇਵ ਡਰਾਫਟ ਉੱਤੇ ਕਲਿੱਕ ਕਰਨਾ ਹੈ। ਇਸ ਨਾਲ ਇਹ ਡੇਟਾ ਤੁਹਾਡੇ ਅਕਾਊਂਟ ਵਿੱਚ ਸੇਵ ਹੋ ਜਾਵੇਗਾ। ਸੇਵ ਕਰਨ ਤੋਂ ਬਾਅਦ ਤੁਸੀਂ ਦੁਬਾਰਾ ਉੱਪਰ ਮਾਈ ਸਰਵਿਸਿਜ਼ ਉੱਤੇ ਕਲਿੱਕ ਕਰਨਾ ਹੈ, ਪੇਰੋਲ ਸਰਵਿਸਿਜ਼ ਉੱਤੇ, ਅਤੇ ਉਸ ਤੋਂ ਬਾਅਦ IT ਕੈਲਕੂਲੇਸ਼ਨ ਸ਼ੀਟ ਟੈਂਟੇਟਿਵ ਉੱਤੇ ਕਲਿੱਕ ਕਰਨਾ ਹੈ। ਇਸ ਨਾਲ ਤੁਹਾਡੀ ਟੈਕਸ ਕੈਲਕੂਲੇਸ਼ਨ ਸ਼ੀਟ ਓਪਨ ਹੋ ਜਾਵੇਗੀ। ਤੁਸੀਂ ਵੇਖ ਸਕਦੇ ਹੋ ਕਿ ਇਸ ਵਿੱਚ ਗ੍ਰੋਸ ਸੈਲਰੀ ਕੈਲਕੂਲੇਟ ਕਰ ਲਈ ਗਈ ਹੈ। ਇਹ ਗ੍ਰੋਸ ਸੈਲਰੀ 11 ਮਹੀਨਿਆਂ ਦੀ ਹੀ ਕੈਲਕੂਲੇਟ ਹੋਈ ਹੈ, ਕਿਉਂਕਿ ਅਜੇ ਫਰਵਰੀ ਮਹੀਨੇ ਦੀ ਤਨਖਾਹ ਬਣੀ ਨਹੀਂ ਹੈ, ਇਸ ਕਰਕੇ ਸਿਰਫ 11 ਮਹੀਨਿਆਂ ਦੀ ਤਨਖਾਹ ਹੀ ਕੈਲਕੂਲੇਟ ਹੋ ਰਹੀ ਹੈ। 12 ਮਹੀਨਿਆਂ ਦੀ ਪ੍ਰੋਜੈਕਸ਼ਨ ਦੇਣ ਲਈ ਅਸੀਂ ਟੈਂਟੇਟਿਵ ਉੱਤੇ ਕਲਿੱਕ ਕਰਾਂਗੇ ਅਤੇ ਗੋ ਨੂੰ ਪ੍ਰੈਸ ਕਰਾਂਗੇ। ਇਹ ਕੀ ਕਰੇਗਾ, ਤੁਹਾਡੀ ਗ੍ਰੋਸ ਸੈਲਰੀ ਨੂੰ 12 ਮਹੀਨਿਆਂ ਦੀ ਪ੍ਰੋਜੈਕਸ਼ਨ ਦੇ ਦੇਵੇਗਾ, ਜਿਸ ਵਿੱਚ ਇਹ ਜਨਵਰੀ ਮਹੀਨੇ ਦੀ ਤਨਖਾਹ ਨੂੰ ਫਰਵਰੀ ਮਹੀਨੇ ਵਿੱਚ ਜੋੜ ਕੇ ਤੁਹਾਨੂੰ 12 ਮਹੀਨਿਆਂ ਦੀ ਸੈਲਰੀ ਵਿਖਾ ਰਿਹਾ ਹੈ। ਇੱਥੇ ਇਹ ਧਿਆਨ ਦੇਣਾ ਹੈ ਕਿ ਜਿਨ੍ਹਾਂ ਕਰਮਚਾਰੀਆਂ ਦਾ ACP ਅਤੇ ਇੰਕਰੀਮੈਂਟ ਫਰਵਰੀ ਮਹੀਨੇ ਵਿੱਚ ਫਾਲ ਕਰਦਾ ਹੈ, ਉਹਨਾਂ ਦੀ ਇਹ ਕੈਲਕੂਲੇਸ਼ਨ ਐਕੂਰੇਟ ਨਹੀਂ ਹੋਵੇਗੀ। ਉਹਨਾਂ ਦੀ ਗ੍ਰੋਸ ਸੈਲਰੀ ਵਿੱਚ ਉਹਨਾਂ ਦਾ ACP ਅਮਾਊਂਟ ਅਤੇ ਇੰਕਰੀਮੈਂਟ ਦੀ ਐਡੀਸ਼ਨ ਨਹੀਂ ਕੀਤੀ ਗਈ ਹੋਵੇਗੀ। ਸੋ ਉਹਨਾਂ ਤੋਂ ਇਲਾਵਾ ਬਾਕੀ ਸਾਰੇ ਕਰਮਚਾਰੀਆਂ ਲਈ ਇਸ ਦੀ ਕੈਲਕੂਲੇਸ਼ਨ ਬਿਲਕੁਲ ਐਕੂਰੇਟ ਹੋਵੇਗੀ। ਹੁਣ ਅਸੀਂ ਸਟੈਪ ਬਾਏ ਸਟੈਪ ਚੈੱਕ ਕਰਦੇ ਹਾਂ। ਫਸਟ ਪੁਆਇੰਟ ਹੈ ਗ੍ਰੋਸ ਸੈਲਰੀ, ਉਹ ਆਟੋਮੈਟਿਕਲੀ ਤੁਹਾਡੀ ਤਨਖਾਹ ਤੋਂ ਕੈਲਕੂਲੇਟ ਕਰੇਗਾ। ਦੂਜੀ ਆ ਸਟੈਂਡਰਡ ਡਿਡਕਸ਼ਨ, 50,000 ਰੁਪਏ ਉਹ ਆਪਣੇ ਆਪ ਹੀ ਉਹਦੇ ਵਿੱਚੋਂ ਡਿਡਕਟ ਕਰ ਦੂਗਾ। ਥਰਡ ਪੁਆਇੰਟ ਪੇ ਰਿਕਵਰੀ, ਅਗਰ ਕੋਈ ਰਿਕਵਰੀ ਹੋਈ ਹੋਵੇਗੀ
ਕਰੰਟ ਫਾਈਨੈਂਸ਼ੀਅਲ ਈਅਰ ਦੇ ਵਿੱਚ ਤੁਹਾਡੀ, ਤਾਂ ਉਸ ਦੀ ਐਂਟਰੀ ਇੱਥੇ ਸ਼ੋ ਹੋਵੇਗੀ। ਚੌਥਾ ਅਤੇ ਪੰਜਵਾਂ ਪੁਆਇੰਟ ਅਲਾਊਂਸ ਐਗਜ਼ੈਂਪਟ ਕਰਾਉਣ ਲਈ ਹੈ। ਅਗਰ ਤੁਹਾਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਅਲਾਊਂਸ ਜੋ ਐਗਜ਼ੈਂਪਟੇਬਲ ਹੈ ਉਹ ਮਿਲ ਰਿਹਾ ਹੈ ਤਾਂ ਉਸ ਦੀ ਐਂਟਰੀ ਤੁਸੀਂ 4th ਅਤੇ 5th ਪੁਆਇੰਟ ਵਿੱਚ ਕਰ ਸਕਦੇ ਹੋ। ਉਦਾਹਰਨ ਦੇ ਤੌਰ 'ਤੇ ਅਸੀਂ 1000 ਰੁਪਇਆ 4th ਆਪਸ਼ਨ ਵਿੱਚ ਕਰਾਂਗੇ। ਇੱਥੇ ਅਲਾਊਂਸ ਜਿਹੜਾ ਤੁਸੀਂ ਐਂਟਰ ਕਰਨਾ ਉਹ ਐਨੂਅਲੀ ਅਲਾਊਂਸ ਐਂਟਰ ਕਰਨਾ, ਮੰਥਲੀ ਨਹੀਂ। ਨੈਕਸਟ ਸਟੈਪ ਦੇ ਵਿੱਚ ਅਸੀਂ ਦਿੱਤਾ ਗਿਆ ਹਾਊਸ ਰੈਂਟ ਕੈਲਕੂਲੇਟ ਕਰਾਂਗੇ। ਇਸ ਵਿੱਚ ਉਸਨੇ ਹਾਊਸ ਰੈਂਟ ਰਿਸੀਵਡ ਲਿਖਿਆ ਹੋਇਆ ਹੈ, ਬੇਸਿਕ ਪੇ ਦੀ ਐਂਟਰੀ ਪਹਿਲਾਂ ਤੋਂ ਹੈ ਅਤੇ ਡੀਏ ਦੀ ਵੀ ਪਹਿਲਾਂ ਤੋਂ ਹੈ। ਇਸ ਵਿੱਚ ਤੁਸੀਂ ਸਿਰਫ ਹਾਊਸ ਰੈਂਟ ਪੇਡ ਐਂਟਰ ਕਰਨਾ ਹੈ। ਇਸ ਦੀ ਐਂਟਰੀ ਵੀ ਐਨੂਅਲ ਕੀਤੀ ਜਾਏਗੀ, ਮੰਥਲੀ ਨਹੀਂ ਕੀਤੀ ਜਾਵੇਗੀ। ਉਦਾਹਰਨ ਦੇ ਤੌਰ 'ਤੇ ਅੱਜ ਦੀ ਐਗਜ਼ਾਮਪਲ ਵਿੱਚ ਅਸੀਂ 1.5 ਲੱਖ ਰੁਪਏ ਇਸ ਵਿੱਚ ਐਂਟਰ ਕਰਾਂਗੇ। 1.5 ਲੱਖ ਐਂਟਰ ਕਰਨ ਤੋਂ ਬਾਅਦ ਉਹ ਤੁਹਾਡੀ HR ਐਗਜ਼ੰਪਸ਼ਨ ਦੀ ਕੈਲਕੂਲੇਸ਼ਨ ਆਪਣੇ ਆਪ ਕਰ ਦੇਵੇਗਾ। ਇਸ ਵਿੱਚ ਤੁਹਾਨੂੰ ਕਿਸੇ ਤਰ੍ਹਾਂ ਦੀ ਕੋਈ ਅਲੱਗ ਤੋਂ ਕੈਲਕੂਲੇਸ਼ਨ ਕਰਨ ਦੀ ਲੋੜ ਨਹੀਂ ਪਵੇਗੀ। ਸਾਡੀ ਅੱਜ ਦੀ ਉਦਾਹਰਨ ਵਿੱਚ ਉਸਨੇ 54,937 ਰੁਪਏ HR ਐਗਜ਼ੰਪਟੇਬਲ ਕੱਢ ਦਿੱਤਾ ਹੈ। ਇਸ ਤੋਂ ਅੱਗੇ ਚਿਲਡਰਨ ਐਜੂਕੇਸ਼ਨ ਰੀਇੰਬਰਸਮੈਂਟ ਦੀ ਐਂਟਰੀ ਕੀਤੀ ਜਾ ਸਕਦੀ ਹੈ, ਮੈਡੀਕਲ ਰੀਇੰਬਰਸਮੈਂਟ ਦੀ ਐਂਟਰੀ ਕੀਤੀ ਜਾ ਸਕਦੀ ਹੈ ਅਤੇ CM ਸਿਕਿਉਰਿਟੀ ਰਿਸਕ ਅਲਾਊਂਸ ਰੀਇੰਬਰਸਮੈਂਟ ਦੀ ਐਂਟਰੀ ਕੀਤੀ ਜਾ ਸਕਦੀ ਹੈ। ਹੁਣ ਉਸਨੇ ਤੁਹਾਡੀ ਗ੍ਰੋਸ ਇਨਕਮ ਦੇ ਵਿੱਚੋਂ ਤੁਹਾਡਾ ਹਾਊਸ ਰੈਂਟ ਮਾਈਨਸ ਕਰਕੇ ਅਤੇ ਰੀਇੰਬਰਸਮੈਂਟ ਦੀ ਐਂਟਰੀਜ਼ ਨੂੰ ਉਸ ਵਿੱਚ ਜੋੜ ਕੇ ਤੁਹਾਡੀ ਇਨਕਮ ਕ੍ਰੀਏਟ ਕਰ ਦਿੱਤੀ ਹੈ। ਨੈਕਸਟ ਸਟੈਪ ਦੇ ਵਿੱਚ ਪ੍ਰੋਫੈਸ਼ਨਲ ਟੈਕਸ ਉਹ ਆਪਣੇ ਆਪ ਕੈਲਕੂਲੇਟ ਕਰ ਰਿਹਾ ਤੁਹਾਡੀ ਸੈਲਰੀ ਤੋਂ, ਅਤੇ ਹਾਊਸ ਲੋਨ ਇੰਟਰਸਟ ਦੀ ਐਂਟਰੀ ਜੋ ਅਸੀਂ ਸਟਾਰਟਿੰਗ ਦੇ ਵਿੱਚ ਡਿਡਕਸ਼ਨ ਦੇ ਵਿੱਚ ਪਾਈ ਸੀ ਉਸ ਤੋਂ ਉਹ ਫੈਚ ਕਰਕੇ ਤੁਹਾਨੂੰ ਇੱਥੇ 1 ਲੱਖ ਰੁਪਇਆ ਸ਼ੋ ਕਰ ਰਿਹਾ। ਇਹ ਦੋਵੇਂ ਅਮਾਊਂਟ ਵੀ ਤੁਹਾਡੀ ਇਨਕਮ ਦੇ ਵਿੱਚੋਂ ਮਾਈਨਸ ਹੋ ਜਾਣਗੇ ਅਤੇ ਤੁਹਾਡੀ ਨੈਟ ਇਨਕਮ 8,32,995 ਰੁਪਏ ਆ ਗਈ ਹੈ। ਥਰਡ ਪੁਆਇੰਟ ਦੇ ਵਿੱਚ ਸਾਰੀਆਂ ਐਂਟਰੀਜ਼ ਤੁਹਾਡੀਆਂ ਅਦਰ ਸੋਰਸ ਇਨਕਮ ਦੀਆਂ ਹਨ। ਅਗਰ ਕਿਸੇ ਵੀ ਅਦਰ ਸੋਰਸ ਤੋਂ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਇਨਕਮ ਹੈ ਤਾਂ ਉਸ ਦੀ ਐਂਟਰੀ ਇਹਨਾਂ 4-5 ਪੁਆਇੰਟਸ ਵਿੱਚ ਕੀਤੀ ਜਾਵੇ। ਜਿਵੇਂ ਪਹਿਲਾ ਪੁਆਇੰਟ ਹੈ ਇਨਕਮ ਫਰੋਮ NSE, ਸੈਕਿੰਡ ਪੁਆਇੰਟ ਹੈ ਇਨਕਮ ਫਰੋਮ ਅਦਰ ਸੋਰਸ, ਇਸ ਵਿੱਚ ਕੋਈ FD ਦਾ ਵਿਆਜ ਜਾਂ ਤੁਹਾਨੂੰ ਘਰ ਦਾ ਕਿਰਾਇਆ ਆ ਰਿਹਾ ਹੋਵੇ ਉਸ ਦੀ ਐਂਟਰੀ ਕੀਤੀ ਜਾ ਸਕਦੀ ਹੈ। ਥਰਡ ਪੁਆਇੰਟ ਹੈ ਪੋਸਟ ਆਫਿਸ ਸੇਵਿੰਗ ਅਕਾਊਂਟ ਦੇ ਵਿਆਜ ਦੀ ਐਂਟਰੀ। ਫੋਰਥ ਪੁਆਇੰਟ ਸੇਵਿੰਗ ਬੈਂਕ ਅਕਾਊਂਟ ਦੇ ਵਿਆਜ ਦੀ ਐਂਟਰੀ ਹੈ। ਇੱਥੇ ਤੁਸੀਂ ਇਹ ਧਿਆਨ ਦੇਣਾ ਹੈ ਕਿ ਤੁਹਾਡੇ ਪੋਸਟ ਆਫਿਸ ਸੇਵਿੰਗ ਅਕਾਊਂਟ ਦਾ ਵਿਆਜ ਅਤੇ ਤੁਹਾਡੇ ਸੇਵਿੰਗ ਬੈਂਕ ਅਕਾਊਂਟ ਦਾ ਵਿਆਜ 10,000 ਰੁਪਏ ਤੱਕ ਨਾਨ ਟੈਕਸੇਬਲ ਹੈ। ਮਤਲਬ ਕਿ ਅਗਰ ਇਹਨਾਂ ਦੋਵਾਂ ਦਾ ਵਿਆਜ ਮਿਲਾ ਕੇ 10,000 ਰੁਪਇਆ ਬਣਦਾ ਹੈ ਤਾਂ ਉਸ ਦੇ ਉੱਪਰ ਤੁਹਾਨੂੰ ਕੋਈ ਟੈਕਸ ਦੇਣਾ ਨਹੀਂ ਪਵੇਗਾ। ਇਸ ਤੋਂ ਇਲਾਵਾ ਇਸ 10,000 ਤੋਂ ਇਲਾਵਾ ਪੋਸਟ ਆਫਿਸ ਸੇਵਿੰਗ ਅਕਾਊਂਟ ਲਈ 3,500 ਰੁਪਇਆ ਅਲੱਗ ਤੋਂ ਨਾਨ ਟੈਕਸੇਬਲ ਗਿਣਿਆ ਜਾਂਦਾ ਹੈ। ਉਦਾਹਰਨ ਦੇ ਤੌਰ 'ਤੇ ਅਗਰ 3,500 ਰੁਪਇਆ ਤੁਹਾਨੂੰ ਪੋਸਟ ਆਫਿਸ ਸੇਵਿੰਗ ਅਕਾਊਂਟ ਵਿੱਚੋਂ ਵਿਆਜ ਮਿਲਿਆ ਹੈ ਅਤੇ 10,000 ਰੁਪਇਆ ਤੁਹਾਨੂੰ ਬੈਂਕ ਅਕਾਊਂਟ ਉੱਪਰ ਵਿਆਜ ਮਿਲਿਆ ਹੈ, ਤਾਂ ਤੁਹਾਡਾ ਟੋਟਲ ਅਮਾਊਂਟ ਬਣ ਗਿਆ 13,500, ਜੋ ਕਿ ਪੂਰੇ ਦਾ ਪੂਰਾ ਹੀ ਨਾਨ ਟੈਕਸੇਬਲ ਹੈ, ਪਰ ਇਸ ਦੀ ਐਂਟਰੀ ਅਸੀਂ ਇਸ ਵਿੱਚ ਕਰਨੀ ਹੈ। ਉਦਾਹਰਨ ਦੇ ਤੌਰ 'ਤੇ ਅਸੀਂ ਪੋਸਟ ਆਫਿਸ ਸੇਵਿੰਗ ਅਕਾਊਂਟ ਦੀ ਐਂਟਰੀ 5,000 ਰੁਪਇਆ 3,000 ਰੁਪਇਆ ਕਰਾਂਗੇ ਅਤੇ ਸੇਵਿੰਗ ਬੈਂਕ ਅਕਾਊਂਟ ਦੇ ਵਿਆਜ ਦੀ ਐਂਟਰੀ ਇੱਥੇ ਅਸੀਂ 5,000 ਰੁਪਇਆ ਕਰਾਂਗੇ। ਫਿਫਥ ਪੁਆਇੰਟ ਦੇ ਵਿੱਚ ਤੁਸੀਂ ਆਪਣੇ ਪੋਸਟ ਆਫਿਸ ਸੇਵਿੰਗ ਬੈਂਕ ਅਕਾਊਂਟ ਦੇ ਵਿਆਜ ਦੀ ਐਗਜ਼ੰਪਸ਼ਨ ਦੀ ਐਂਟਰੀ ਕਰੋਗੇ, ਜੋ ਕਿ ਮੈਕਸਿਮਮ ਅਸੀਂ ਸਿੰਗਲ ਅਕਾਊਂਟ ਵਿੱਚ 3,500 ਰੁਪਈਆ ਅਤੇ ਜੁਆਇੰਟ ਅਕਾਊਂਟ ਵਿੱਚ 7,000 ਰੁਪਇਆ ਕਰ ਸਕਦੇ ਹਾਂ। ਸੋ ਸਾਨੂੰ ਪੋਸਟ ਆਫਿਸ ਸੇਵਿੰਗ ਬੈਂਕ ਅਕਾਊਂਟ ਤੋਂ 3,000 ਰੁਪਇਆ ਵਿਆਜ ਮਿਲਿਆ ਹੈ ਅਤੇ ਇੱਥੇ ਅਸੀਂ ਐਂਟਰੀ 3,000 ਦੀ ਹੀ ਕਰਾਂਗੇ। ਉਸ ਤੋਂ ਬਾਅਦ ਜੋ ਸੇਵਿੰਗ ਬੈਂਕ ਅਕਾਊਂਟ 'ਤੇ ਵਿਆਜ ਮਿਲਿਆ ਹੈ ਉਸ ਦੀ ਐਗਜ਼ੰਪਸ਼ਨ ਨੈਕਸਟ ਪੁਆਇੰਟਸ ਦੇ ਵਿੱਚ ਆਵੇਗੀ, ਉਸ ਦੀ ਐਗਜ਼ੰਪਸ਼ਨ ਅੱਗੇ ਜਾ ਕੇ ਅਸੀਂ ਕਰਾਂਗੇ। ਹੁਣ ਫਿਫਥ ਪੁਆਇੰਟ ਦੇ ਵਿੱਚ ਸਾਡੀਆਂ ATC ਦੀਆਂ ਸੇਵਿੰਗਸ ਅਤੇ ਹੋਰ ਸੇਵਿੰਗਸ ਦੀ ਐਂਟਰੀ ਅਸੀਂ ਇੱਥੇ ਕਰ ਸਕਦੇ ਹਾਂ। ਪਹਿਲਾ ਪੁਆਇੰਟ ਹੈ GPF ਦਾ। GPF ਆਟੋਮੈਟਿਕਲੀ ਕੈਲਕੂਲੇਟਿਡ ਹੈ ਅਤੇ ਇਸ ਦੀ ਐਂਟਰੀ ਸ਼ੋ ਹੋ ਰਹੀ ਹੈ। GIS ਵੀ ਆਟੋਮੈਟਿਕਲੀ ਕੈਲਕੂਲੇਟ ਕਰ ਲਿਆ ਗਿਆ ਹੈ। ਹਾਊਸ ਲੋਨ ਪ੍ਰਿੰਸੀਪਲ ਦੀ ਐਂਟਰੀ ਅਸੀਂ ਸਟਾਰਟਿੰਗ ਵਿੱਚ ਕੀਤੀ ਸੀ, ਉੱਥੋਂ ਇਹ ਫੈਚ ਕਰ ਰਿਹਾ ਹੈ। LIC ਦੀ ਐਂਟਰੀ ਵੀ ਸਾਡੇ ਸੇਵਿੰਗ ਪੇਜ ਦੇ ਉੱਤੋਂ ਇਸਨੇ ਫੈਚ ਕਰ ਲਈ ਹੈ। ਇਸੇ ਤਰ੍ਹਾਂ PPF ਦੀ ਜਾਂ ਕਿਸੇ ਹੋਰ ਤਰ੍ਹਾਂ ਦੀ ਐਂਟਰੀ ਜੋ ਵੀ ਤੁਸੀਂ ਕਰਨੀ ਚਾਹੋ ਇੱਥੇ ਵੀ ਕਰ ਸਕਦੇ ਹੋ।
ਕੁਛ ਆਪਸ਼ਨਸ ਇੱਥੇ ਐਡਿਟੇਬਲ ਨੇ, ਉਹਨਾਂ ਨੂੰ ਇੱਥੇ ਅਸੀਂ ਐਡਿਟ ਕਰ ਸਕਦੇ ਹਾਂ, ਅਤੇ ਕੁਛ ਆਪਸ਼ਨਸ ਨੇ ਜਿਨ੍ਹਾਂ ਨੂੰ ਅਸੀਂ ਆਪਣੇ ਸੇਵਿੰਗ ਅਤੇ ਡਿਡਕਸ਼ਨ ਪੇਜ ਦੇ ਉੱਤੇ ਜਾ ਕੇ ਹੀ ਚੇਂਜ ਕਰ ਸਕਦੇ ਹਾਂ। ਸੋ ਸੈਕਸ਼ਨ 80C ਦੇ ਵਿੱਚ ਕੈਪ 1.5 ਲੱਖ ਰੁਪਇਆ ਹੋਣ ਕਰਕੇ ਕੁੱਲ ਸੇਵਿੰਗ ਨੂੰ 1.5 ਲੱਖ ਉੱਤੇ ਕੈਪ ਕਰ ਦਿੱਤਾ ਗਿਆ ਹੈ। ਜਿਵੇਂ ਮੈਂ ਪਹਿਲਾਂ ਵੀ ਦੱਸਿਆ ਸੀ 80CCD1B, ਇਸ ਵਿੱਚ ਅਲੱਗ ਤੋਂ ਅਸੀਂ 50,000 ਰੁਪਏ ਦੀ ਸੇਵਿੰਗ ਕਰ ਸਕਦੇ ਹਾਂ। ਇਹ NPS ਵਿੱਚ ਇਨਵੈਸਟਮੈਂਟ ਦੀ ਸੇਵਿੰਗ ਨੂੰ ਹੀ ਇਸ ਵਿੱਚ ਸਿਰਫ ਮੰਨਿਆ ਜਾਂਦਾ ਹੈ। ਸੋ ਇਸ ਵਿੱਚ ਅਸੀਂ ਉਦਾਹਰਨ ਦੇ ਤੌਰ 'ਤੇ 20,000 ਰੁਪਏ ਦੀ ਐਂਟਰੀ ਕਰਾਂਗੇ। ਇਸ ਨਾਲ ਸਾਡੀ ਇਸ ਸੈਕਸ਼ਨ ਦੀ ਟੋਟਲ ਸੇਵਿੰਗ 1,70,000 ਰੁਪਏ ਹੋ ਚੁੱਕੀ ਹੈ, ਜਿਸ ਵਿੱਚੋਂ 1.5 ਲੱਖ 80C ਅਤੇ 20,000 ਰੁਪਏ 80CCD1B ਦੀ ਐਂਟਰੀ ਹੈ। 7th ਪੁਆਇੰਟ ਹੈ ਡਿਡਕਸ਼ਨਸ ਅੰਡਰ ਚੈਪਟਰ 6। ਇਸ ਵਿੱਚ ਕੁਝ ਹੋਰ ਡਿਡਕਸ਼ਨਸ ਅਸੀਂ ਕਰ ਸਕਦੇ ਹਾਂ, ਜਿਨ੍ਹਾਂ ਵਿੱਚ ਮੈਡੀਕਲ ਇੰਸ਼ੋਰੈਂਸ, ਤੁਹਾਡੇ ਪਰਿਵਾਰ ਅਤੇ ਮਾਤਾ ਪਿਤਾ ਦੀ, ਮੈਡੀਕਲ ਟੈਸਟ, ਪ੍ਰੀਵੈਂਟਿਵ ਮੈਡੀਕਲ ਟੈਸਟ, ਉਹ ਵੀ ਤੁਸੀਂ ਆਪਣੀ ਅਤੇ ਆਪਣੇ ਪਰਿਵਾਰ ਜਾਂ ਆਪਣੇ ਮਾਤਾ ਪਿਤਾ ਦੇ ਕਰਵਾਏ ਹੋਣ, ਮੈਡੀਕਲ ਟਰੀਟਮੈਂਟ ਦੀ ਐਂਟਰੀ, ਡੋਨੇਸ਼ਨਸ ਦੀ ਐਂਟਰੀ। ਉਦਾਹਰਨ ਦੇ ਤੌਰ 'ਤੇ ਇਸ ਵਿੱਚ ਅਸੀਂ ਮੈਡੀਕਲ ਇੰਸ਼ੋਰੈਂਸ ਦੀ ਐਂਟਰੀ ਕਰਾਂਗੇ 20,000 ਰੁਪਇਆ। ਉਸ ਤੋਂ ਬਾਅਦ ਡੋਨੇਸ਼ਨ ਦੀ ਐਂਟਰੀ ਕਰਾਂਗੇ। ਜਿਵੇਂ ਕਿ ਤੁਸੀਂ ਕਿਤੇ 1 ਲੱਖ ਰੁਪਇਆ ਡੋਨੇਟ ਕਰ ਰਹੇ ਹੋ ਅਤੇ ਉਹ ਸਿਰਫ 50,000 ਰੁਪਏ ਤੱਕ ਹੀ, 50% ਤੱਕ ਹੀ ਉਹ ਐਗਜ਼ੈਂਪਟੇਬਲ ਹੈ, ਤਾਂ ਉਸ ਦੀ ਐਂਟਰੀ 50,000 ਰੁਪਇਆ ਹੀ ਕਰਨੀ ਹੈ, ਨਾ ਕਿ ਪੂਰਾ 1 ਲੱਖ। ਇਸ ਵਿੱਚ ਅਸੀਂ 50,000 ਰੁਪਇਆ ਡੋਨੇਸ਼ਨ ਦੀ ਐਂਟਰੀ ਕਰਾਂਗੇ। ਉਸ ਤੋਂ ਬਾਅਦ ਸੇਵਿੰਗ ਬੈਂਕ ਅਕਾਊਂਟ ਦੀ ਜੋ ਐਗਜ਼ੈਂਪਸ਼ਨ ਮਿਲਣੀ ਹੈ, ਸੇਵਿੰਗ ਬੈਂਕ ਅਕਾਊਂਟ ਦੇ ਵਿਆਜ ਦੀ ਜੋ ਐਗਜ਼ੈਂਪਸ਼ਨ ਮਿਲਣੀ ਹੈ, ਉਸ ਦੀ ਐਂਟਰੀ H ਪੁਆਇੰਟ ਵਿੱਚ ਕੀਤੀ ਜਾਵੇਗੀ। 80TTA ਦੇ ਵਿੱਚ ਅਸੀਂ 5,000 ਰੁਪਇਆ ਉੱਥੇ ਆਪਣੇ ਬੈਂਕ ਅਕਾਊਂਟ ਦਾ ਵਿਆਜ ਦੀ ਐਂਟਰੀ ਕੀਤੀ ਸੀ, ਇੱਥੇ ਉਹਦੀ 5,000 ਰੁਪਏ ਦੀ ਅਸੀਂ ਐਗਜ਼ੈਂਪਸ਼ਨ ਦੀ ਐਂਟਰੀ ਇੱਥੇ ਕਰਾਂਗੇ। ਇੱਥੇ ਗ੍ਰੋਸ ਇਨਕਮ ਕੈਲਕੂਲੇਟ ਹੋ ਚੁੱਕੀ ਹੈ, ਜੋ ਕਿ ਤੁਹਾਡੀ ਗ੍ਰੋਸ ਸੈਲਰੀ ਵਿੱਚੋਂ ਡਿਡਕਸ਼ਨਸ ਅਤੇ ਸੇਵਿੰਗਸ ਨੂੰ ਘਟਾਉਣ ਤੋਂ ਬਾਅਦ ਮਿਲੀ ਹੈ। ਇਸ ਉੱਤੇ ਟੈਕਸ ਕੈਲਕੂਲੇਟ ਕੀਤਾ ਜਾਵੇਗਾ, ਜੋ ਕਿ ਹੈ 31,100 ਰੁਪਇਆ। 11 ਨੰਬਰ ਪੁਆਇੰਟ ਟੈਕਸ ਰਿਬੇਟ ਅੰਡਰ ਸੈਕਸ਼ਨ 87A ਸਾਨੂੰ ਇਹ ਦੱਸਦਾ ਹੈ ਕਿ ਅਗਰ ਤੁਹਾਡੀ ਟੋਟਲ ਟੈਕਸੇਬਲ ਇਨਕਮ 5 ਲੱਖ ਜਾਂ 5 ਲੱਖ ਤੋਂ ਘੱਟ ਹੈ, ਤਾਂ ਜਿੰਨਾ ਵੀ ਤੁਹਾਨੂੰ ਟੈਕਸ ਉਸ 'ਤੇ ਲੱਗੇਗਾ, ਓਨਾ ਹੀ ਤੁਹਾਨੂੰ ਇਸ 87A ਸੈਕਸ਼ਨ ਵਿੱਚ ਰਿਬੇਟ ਮਿਲੇਗੀ। ਜਿਵੇਂ ਕਿ ਸਾਡੀ ਟੋਟਲ ਟੈਕਸੇਬਲ ਇਨਕਮ ਹੈ 5,92,000, ਜੋ ਕਿ 5 ਲੱਖ ਤੋਂ ਉੱਪਰ ਹੈ, ਇਸ ਕਰਕੇ ਇਸ ਵਿੱਚ ਸਾਨੂੰ ਜਿਹੜੀ ਰਿਬੇਟ ਹੈ ਉਹ 0 ਮਿਲ ਰਹੀ ਹੈ। ਇਹੋ ਜੇ ਸਾਡੀ ਟੈਕਸੇਬਲ ਇਨਕਮ 5 ਲੱਖ ਜਾਂ 5 ਲੱਖ ਤੋਂ ਘੱਟ ਹੁੰਦੀ, ਤਾਂ ਓਨਾ ਹੀ ਸਾਨੂੰ, ਜਿੰਨਾ ਇੱਥੇ ਟੈਕਸ ਕੈਲਕੂਲੇਟ ਹੁੰਦਾ, ਓਨਾ ਹੀ ਸਾਨੂੰ ਇਸ ਵਿੱਚ ਰਿਬੇਟ ਮਿਲ ਜਾਣੀ ਸੀ। ਸੋ ਇਸ ਟਾਈਮ ਇਹ ਸਾਡੀ 0 ਹੈ। 12ਵੇਂ ਪੁਆਇੰਟ ਦੇ ਵਿੱਚ ਤੁਹਾਡੇ ਟੋਟਲ ਟੈਕਸ ਉੱਪਰ ਐਜੂਕੇਸ਼ਨ ਸੈਸ ਅਤੇ ਹਾਇਰ ਐਜੂਕੇਸ਼ਨ ਸੈਸ ਕੈਲਕੂਲੇਟ ਕੀਤਾ ਜਾਂਦਾ ਹੈ, ਅਤੇ ਕੁੱਲ ਤੁਹਾਡਾ ਟੈਕਸ ਕੈਲਕੂਲੇਟ ਕਰ ਲਿਆ ਜਾਂਦਾ ਹੈ, ਜੋ ਕਿ 32,344 ਰੁਪਏ ਹੈ। ਤੁਸੀਂ ਵੇਖ ਸਕਦੇ ਹੋ 13 ਨੰਬਰ ਪੁਆਇੰਟ ਦੇ ਵਿੱਚ ਕਿ 35,000 ਰੁਪਇਆ ਟੈਕਸ, ਜੋ ਕਿ ਤੁਸੀਂ ਆਪਣੀਆਂ 11 ਸੈਲਰੀਜ਼ ਦੇ ਵਿੱਚ ਕਟਾਇਆ ਹੈ, ਉਸ ਦੀ ਐਂਟਰੀ ਇੱਥੇ ਸ਼ੋ ਹੋ ਰਹੀ ਹੈ। 14 ਨੰਬਰ ਪੁਆਇੰਟ ਦੇ ਵਿੱਚ ਟੋਟਲ ਰਿਲੀਫ ਅੰਡਰ ਸੈਕਸ਼ਨ 89 ਹੈ। ਇਸ ਦੀ ਰਿਲੀਫ ਸਾਨੂੰ ਉਦੋਂ ਮਿਲਦੀ ਹੈ ਅਗਰ ਕੋਈ ਸਾਨੂੰ ਏਰੀਅਰ ਮਿਲੇ ਹੋਣ, ਅਤੇ ਉਹਨਾਂ ਏਰੀਅਰਸ ਦੀ ਐਂਟਰੀ ਅਸੀਂ ਪਿਛਲੇ ਕੁਝ ਫਾਈਨੈਂਸ਼ੀਅਲ ਈਅਰਸ ਦੇ ਵਿੱਚ ਪਾਈ ਹੋਵੇ ਅਤੇ ਕਿਸੇ ਤਰ੍ਹਾਂ ਦਾ ਸਾਨੂੰ ਰਿਬੇਟ ਮਿਲ ਰਿਹਾ ਹੋਵੇ। 15 ਨੰਬਰ ਪੁਆਇੰਟ ਦੇ ਵਿੱਚ ਉਹ ਤੁਹਾਡੀ ਦੇਣਦਾਰੀ ਦੱਸ ਰਿਹਾ ਹੈ, ਜੋ ਕਿ 0 ਹੈ, ਕਿਉਂਕਿ ਜੋ ਤੁਸੀਂ ਆਪਣੇ ਕੁੱਲ ਟੈਕਸ ਨਾਲੋਂ ਪਹਿਲਾਂ ਹੀ ਜ਼ਿਆਦਾ ਟੈਕਸ ਕਟਵਾ ਚੁੱਕੇ ਹੋ। ਜਿਹੜੀ ਇਹ ਕੈਲਕੂਲੇਸ਼ਨ ਹੈ, ਇਹ ਓਲਡ ਵੇ ਦੇ ਨਾਲ ਹੈ। ਜਿਵੇਂ ਕਿ ਆਪ ਨੂੰ ਪਤਾ ਹੈ ਕਿ ਨਿਊ ਵੇ ਵੀ ਟੈਕਸ ਕੈਲਕੂਲੇਸ਼ਨ ਦਾ ਆ ਚੁੱਕਾ ਹੈ। ਉਹਨਾਂ ਦੋਨਾਂ ਦੇ ਵਿੱਚੋਂ ਤੁਸੀਂ ਕਿਸੇ ਇੱਕ ਨੂੰ ਵੀ ਚੂਜ਼ ਕਰ ਸਕਦੇ ਹੋ। ਓਲਡ ਰਜਾਈਮ ਦੇ ਵਿੱਚ ਤੁਹਾਡਾ ਕੁੱਲ ਟੈਕਸ ਬਣ ਰਿਹਾ ਹੈ 31,100 ਰੁਪਇਆ, ਅਤੇ ਇਸੇ ਤਰ੍ਹਾਂ ਥੱਲੇ ਸਕਰੋਲ ਕਰਨ ਨਾਲ ਨਿਊ ਟੈਕਸ ਸਟਰਕਚਰ ਦੇ ਅਨੁਸਾਰ ਵੀ ਕੈਲਕੂਲੇਸ਼ਨ ਕੀਤੀ ਗਈ ਹੈ, ਜਿਸ ਵਿੱਚ ਤੁਹਾਡਾ ਕੁੱਲ ਟੈਕਸ ਬਣ ਰਿਹਾ ਹੈ 88,885 ਰੁਪਏ। ਸੋ ਇਹਨਾਂ ਦੋਵਾਂ ਦੇ ਵਿੱਚੋਂ ਜਿਸ ਵਿੱਚ ਵੀ ਤੁਹਾਨੂੰ ਫਾਇਦਾ ਹੁੰਦਾ ਹੋਵੇ, ਤੁਸੀਂ ਉਸ ਰਜਾਈਮ ਨੂੰ ਚੁਣ ਸਕਦੇ ਹੋ। ਸਾਡੀ ਅੱਜ ਦੀ ਉਦਾਹਰਨ ਵਿੱਚ ਸਾਨੂੰ ਓਲਡ ਰਜਾਈਮ ਵਿੱਚ ਬੈਨੀਫਿਟ ਹੋ ਰਿਹਾ ਹੈ, ਅਤੇ ਇਸ ਲਈ ਅਸੀਂ ਓਲਡ ਰਜਾਈਮ ਨੂੰ ਹੀ ਚੁਣਾਂਗੇ। ਹੁਣ ਤੁਸੀਂ ਇਹ ਸਾਰੀ ਕੈਲਕੂਲੇਸ਼ਨ ਕਰ ਲਈ ਹੈ। ਇਸ ਤੋਂ ਵੇਖ ਕੇ ਤੁਸੀਂ ਆਪਣਾ TDS ਫਾਰਮ ਵੀ ਫਿਲ ਕਰ ਸਕਦੇ ਹੋ। ਸੇਵ ਡਰਾਫਟ ਦੇ ਨਾਲ
ਇਹ ਅੱਜ ਦੀ ਜੋ ਵੀ ਕੈਲਕੂਲੇਸ਼ਨ ਹੈ ਇਹ ਸਾਰੀ ਤੁਹਾਡੇ ਅਕਾਊਂਟ ਵਿੱਚ ਸੇਵ ਹੋ ਜਾਵੇਗੀ। ਇਸ ਨੂੰ ਤੁਸੀਂ ਦੁਬਾਰਾ ਓਪਨ ਕਰਕੇ ਐਡਿਟ ਵੀ ਕਰ ਸਕਦੇ ਹੋ। ਪ੍ਰਿੰਟ ਨਾਲ ਪ੍ਰਿੰਟ ਹੋ ਜਾਵੇਗੀ ਅਤੇ ਅਗਰ ਤੁਸੀਂ ਇਸ ਨੂੰ ਡਾਊਨਲੋਡ ਕਰਕੇ ਆਪਣੇ ਕੰਪਿਊਟਰ ਜਾਂ ਫੋਨ ਦੇ ਵਿੱਚ ਰੱਖਣਾ ਚਾਹੁੰਦੇ ਹੋ ਤਾਂ ਐਕਸਪੋਰਟ ਟੂ ਐਕਸਲ ਕਰਨ ਨਾਲ ਇਹ ਫਾਈਲ ਤੁਹਾਡੇ ਸਿਸਟਮ ਵਿੱਚ ਸੇਵ ਹੋ ਜਾਵੇਗੀ। ਸਟਾਰਟਿੰਗ ਦੇ ਵਿੱਚ ਅਸੀਂ ਸੇਵਿੰਗ ਅਤੇ ਡਿਡਕਸ਼ਨ ਪੇਜ ਓਪਨ ਕੀਤਾ ਸੀ। ਅਗਰ ਤੁਹਾਨੂੰ ਟੈਕਸ ਸ਼ੀਟ ਭਰਦਿਆਂ ਲੱਗੇ ਕਿ ਉਸ ਵਿੱਚ ਤੁਸੀਂ ਦੁਬਾਰਾ ਕੋਈ ਐਂਟਰੀ ਚੇਂਜ ਕਰਨੀ ਹੈ ਜਾਂ ਐਡਿਟ ਕਰਨੀ ਹੈ ਤਾਂ ਤੁਸੀਂ ਦੁਬਾਰਾ ਉੱਥੇ ਮਾਈ ਸਰਵਿਸਿਜ਼ ਉੱਤੇ ਜਾ ਕੇ ਉਸ ਨੂੰ ਦੁਬਾਰਾ ਓਪਨ ਕਰਕੇ ਉਸ ਨੂੰ ਐਡਿਟ ਕਰ ਸਕਦੇ ਹੋ ਜਾਂ ਥੱਲੇ ਦਿੱਤੇ ਹੋਏ ਸ਼ਾਰਟਕਟ ਨੂੰ ਕਲਿੱਕ ਕਰਕੇ ਵੀ ਉਸ ਪੇਜ ਉੱਤੇ ਜਾਇਆ ਜਾ ਸਕਦਾ ਹੈ। ਇੱਥੇ ਤੁਹਾਡੀ ਟੈਕਸ ਕੈਲਕੂਲੇਸ਼ਨ ਹੋ ਚੁੱਕੀ ਹੈ।